So, hello. Today we are going to start chapter Nazism and the Rise of Hitler. So, history the chapter है third chapter. So, the question answers start करेंगे. Now, the first question is name the members of the Axis power. तो जो एक्सिस पावर सी उसਦੇ ਜੋ ਮੈਂਬਰ ਸੀ ਕੌਣ ਕੌਣ ਸੀ ਕਿਹੜੇ ਕਿਹੜੇ ਕੰਟਰੀਜ਼ ਉਸਦੇ ਮੈਂਬਰ ਸੀ ਐਕਸਿਸ ਪਾਵਰ ਦੇ तो ਜਰਮਨੀ ਇਟਲੀ ਐਂਡ ਜਾਪਾਨ ठीक है सो फर्स्ट इज जर्मनी इटली एंड जापान नैक्सट क्वेश्चन है नेम मैंबरस ऑफ अलाइज तो अलाइज पावर्स जो सी उन्होंने मैंबरस कौन सीगे इंग्लैंड फ्रांस रशिया और यूएसए भी सीगे ठीक है ना इंग्लैंड फ्रांस रशिया एंड यूएसए नैक्सट थर्ड क्वेश्चन वट वॉज जेनोसिडल वार तो जेनोसिडल वार की सी इट वॉज ए वार यह एक वार सी स्टार्टड बाय जो किहदे द्वारा स्टार्ट की गई जर्मनी ड्यूरिंग द सैकेंड वर्ल्ड वार ठीक है तो यह एक लड़ाई सी युद्ध सी जो कि जर्मनी के द्वारा स्टार्ट किया गया कदों किया गया सैकेंड वर्ल्ड वार के दौरान ठीक है जिहदा की रिजल्ट निकलिया इन द मास मर्डर ऑफ सिलैक्टेड ग्रुप्स ऑफ इनोसेंट सिविलियंस ऑफ यूरोप तो यूरोप के बेकसूर जो सिविलियन सी जो रहंदे सी लोग है ना ਉਹਨਾਂ ਦਾ ਬਹੁਤ ਜ਼ਿਆਦਾ ਉਹ ਲੋਕ ਮਾਰੇ ਗਏ ਠੀਕ ਹੈ ਮਾਸ ਮਰਡਰ ਯਾਨੀ ਕਿ ਕਾਫੀ ਤਾਦਾਦ ਵਿੱਚ ਉਹ ਲੋਕ ਮਾਰੇ ਗਏ ਸਨ ਠੀਕ ਹੈ तो यह जर्मनी द्वारा स्टार्ट की गई सी जेनोसिडल वार नैक्सट क्वेश्चन नंबर 4 नेम द ट्रीटी विच वॉज साइंड बाय द अलाइज विद जर्मनी आफ्टर द फर्स्ट वर्ल्ड वार जो फर्स्ट वर्ल्ड वार हुई सी एक्सिस और अलाइज ਦੇ ਵਿੱਚ ਹੋਈ ਸੀ ਨਾ ਜੋ ਆਪਾਂ ਮੈਂਬਰਸ ਪੜ੍ਹੇ ਕੰਟਰੀਜ਼ ਤਾਂ ਇਹਨਾਂ ਦੇ ਫਰਸਟ ਵਰਲਡ ਵਾਰ ਤੋਂ ਬਾਅਦ ਜਿਹੜੀ ਟ੍ਰੀਟੀ ਸਾਈਨ ਕੀਤੀ ਗਈ ਸੀ ਅਲਾਈਜ਼ ਠੀਕ ਹੈ ਦੇ ਦੁਆਰਾ ਜਰਮਨੀ ਦੇ ਨਾਲ ਹੈ ਨਾ ਜੋ ਵੀ ਸੀਗੀ ਹੈ ਨਾ ਜਿਵੇਂ ਜਰਮਨੀ ਐਕਸਿਸ ਪਾਵਰ ਦੇ ਸੀ ਨਾ ਤਾਂ ਅਲਾਈਜ਼ ਦੇ ਦੁਆਰਾ ट्रीटी साइन की गई इंग्लैंड फ्रांस रशिया यूएसए द्वारा है ना एलाइज पावर के द्वारा तो फर्स्ट वर्ल्ड वार तो बाद ਉਹਦਾ नाम की सी द ट्रीटी ऑफ वर्सेल्स द ट्रीटी ऑफ वर्सेल्स तो आप पढ़ांगे कि वर्सेल्स ट्रीटी की है ना इट वॉज अ ट्रीटी नैक्सट क्वेश्चन है फिफ्थ क्वेश्चन वॉट वॉज वर्सेल्स ट्रीटी तो आप कंटिन्यू ही कर लिया इट वॉज अ ट्रीटी यह एक ਇਹੋ ਜਿਹੀ ट्रीटी सी विच वॉज साइंड आफ्टर जो कि साइंड की गई फर्स्ट वर्ल्ड वार तो बाद किन्ना द्वारा किन्ना मतलब इन बिटवीन तो एलाइज और एक्सिस पावर्स ਦੇ ਵਿੱਚ यानी कि एलाइज एंड जर्मनी ਦੇ ਵਿੱਚ साइन की गई सी ट्रीटी ठीक है फर्स्ट वर्ल्ड वार तो बाद ओके नैक्सट क्वेश्चन नंबर 6 स्टेट एनी टू टर्म्स ऑफ द ट्रीटी ऑफ वर्सेल्स तो दो टर्म्स सानू स्टेट करन नू किया गया है पूछा गया है कि ट्रीटी ऑफ वर्सेल्स ਦੇ ਵਿੱਚ जो है उसके बारे स्टेट करो दो टर्म्स दसो की है So, number 1, Germany was forced to pay compensation amounting to 6 billion pounds. तो जर्मनी ਨੂੰ ਫੋਰਸ ਕੀਤਾ ਗਿਆ ਕਿ ਉਹਨਾਂ ਨੇ ਪੇ ਕਰਨੇ ਹੈ 6 ਬਿਲੀਅਨ ਪਾਉਂਡ ਠੀਕ ਹੈ ਉਹਨਾਂ ਨੂੰ ਫੋਰਸ ਕੀਤਾ ਗਿਆ ਉਹਨਾਂ 'ਤੇ ਜ਼ੋਰ ਪਾਇਆ ਗਿਆ ਕਿ ਤੁਸੀਂ ਇੰਨਾ ਪੇ ਕਰਨਾ ਹੈ ਨੈਕਸਟ ਇਜ਼ ਦ ਅਲਾਈਡ ਆਰਮੀਜ਼ ਹੁਣ ਅਲਾਈਡ ਕਿਹੜੇ ਸੀਗੇ ਇੰਗਲੈਂਡ ਫਰਾਂਸ ਔਰ ਰਸ਼ੀਆ ਤੇ ਆਲਸੋ ਆਕਿਊਪਾਈਡ ਦ ਰਿਸੋਰਸ ਰਿਚ ਰਿਨਲੈਂਡ ਤਾਂ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਟ੍ਰੀਟੀ ਦੇ ਵਿੱਚ ਕਿ ਉਹ ਆਕਿਊਪਾਈ ਕਰਨਾ ਕੀ ਹੁੰਦਾ ਆਕਿਊਪਾਈ ਉਹਨਾਂ ਨੇ ਆਪਣਾ ਉਹ ਕਰਨਾ ਸੀਗਾ ਠੀਕ ਹੈ ਆਪਣੀ ਉਹਨਾਂ ਦੀ ਆਪਣੀ ਸਪੇਸ ਸੀ ਜੋ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਰਿਸੋਰਸ ਰਿਚ ਰਿਨਲੈਂਡ ਦੇ ਉੱਤੇ ਉਹਨਾਂ ਨੇ ਕਬਜ਼ਾ ਕਰਨਾ ਸੀਗਾ ਅਲਾਈਡ ਆਰਮੀਜ਼ ਇਹੀ ਚਾਹੁੰਦੀਆਂ ਸੀ ਕਿ ਸਾਡਾ ਕਬਜ਼ਾ ਹੋ ਜਾਏ ਨਾਲੇ ਜਰਮਨੀ ਤੋਂ ਉਹਨਾਂ ਨੇ ਧੱਕੇ ਨਾਲ ਮਤਲਬ ਪੈਸੇ ਵੀ ਇੰਨੇ ਉਹਨਾਂ ਨੇ ਡਿਮਾਂਡ ਰੱਖੀ 6 ਬਿਲੀਅਨ ਪਾਉਂਡਸ ਇਹ ਵੀ ਉਹਨਾਂ ਨੂੰ ਪੇ ਕਰਨਾ ਪਏਗਾ ਤਾਂ ਇਹ ਦੋ ਚੀਜ਼ਾਂ ਸੀਗੀਆਂ ਟ੍ਰੀਟੀ ਆਫ ਜੋ ਆਪਾਂ ਵਰਸੇਲਸ ਪੜ੍ਹ ਰਹੇ ਹਾਂ ਠੀਕ ਹੈ ਨੈਕਸਟ ਕੁਐਸਚਨ ਨੰਬਰ 7 ਵਟ ਵਾਸ ਫ੍ਰੀ ਕੋਪਸ ਹੁਣ ਫ੍ਰੀ ਕੋਪਸ ਕੀ ਸੀਗੇ ਇਹ ਵੀ ਇੱਕ ਆਰਗੇਨਾਈਜੇਸ਼ਨ ਟਾਈਪ ਸੀ ਇਟ ਵਾਸ ਅ ਵਾਰ ਵੈਟਰਨਸ ਆਰਗੇਨਾਈਜੇਸ਼ਨ ਸੋ ਇਹ ਇੱਕ ਵਾਰ ਦੇ ਰਿਗਾਰਡਿੰਗ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਸੀ ਜੋ ਕਿ ਮਦਦ ਕਰਦੀ ਸੀ ਵਿਚ ਹੈਲਡ ਦ ਵਿਮਾਰ ਰਿਪਬਲਿਕ ਨੂੰ ਮਦਦ ਕਰਨ ਲਈ ਟੂ ਕ੍ਰਸ਼ ਦਾ ਅਪਰਾਈਜ਼ਿੰਗ ਆਫ ਵਰਕਰਸ ਹੁਣ ਵਿਮਾਰ ਰਿਪਬਲਿਕ ਬਣ ਗਈ ਸੀਗੀ ਨਾ ਤਾਂ ਉਹਨਾਂ ਨੂੰ ਕ੍ਰਸ਼ ਕਰਨ ਲਈ ਕਿੰਨਾਂ ਨੂੰ ਕ੍ਰਸ਼ ਕਰਨਾ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਫੀ ਕੋਪਸ ਨੇ ਮਿਲ ਕੇ ਟੂ ਕ੍ਰਸ਼ ਦਾ ਅਪਰਾਈਜ਼ਿੰਗ ਜਿਹੜੇ ਵੀ ਸਮਾਜਵਾਦੀ ਹੋ ਗਏ ਸੋਸ਼ਲਿਸਟ ਹੋ ਗਏ ਜਾਂ ਵਰਕਰਸ ਹੋ ਗਏ ਹੈ ਨਾ ਕੰਮ ਕਰਨ ਵਾਲੇ ਮਜ਼ਦੂਰ ਹੋ ਗਏ ਉਹ ਜੇ ਕੋਈ ਗੱਲ ਕਹਿ ਰਹੇ ਨੇ ਜਾਂ ਉਹ ਆਪਣੇ ਕੋਈ ਧਰਨੇ ਦੇ ਰਹੇ ਆ ਖਿਲਾਫ ਇਹਨਾਂ ਦੀ ਗੌਰਮੈਂਟ ਦੇ ਕੁਛ ਕਹਿਣਾ ਚਾਹੁੰਦੇ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਯਾਨੀ ਕਿ ਉਹਨਾਂ ਦੇ ਵਿਦਰੋਹ ਨੂੰ ਸਟਾਪ ਕਰਨ ਲਈ ਕਿ ਉਹ ਕੁਛ ਨਾ ਬੋਲਣ ਹੈ ਨਾ ਜਿਵੇਂ ਇਹ ਚਾਹੁੰਦੇ ਨੇ ਇਹੀ ਹੋਏ ਵਿਮਾਰ ਰਿਪਬਲਿਕ ਜੋ ਵਾਂਟ ਕਰਦੇ ਜਾਂ ਫ੍ਰੀ ਕੋਪਸ ਇਹ ਫਿਰ ਉਹਨਾਂ ਦੀ ਆਵਾਜ਼ ਨੂੰ ਬੰਦ ਕਰਦੇ ਸੀ ਲਾਈਕ ਗਰੀਬ ਲੋਕਾਂ ਨੂੰ ਉਹਨਾਂ ਦੀ ਆਵਾਜ਼ ਨੂੰ ਨਹੀਂ ਉਠਾਉਣ ਦਿੰਦੇ ਸੀ ਠੀਕ ਹੈ ਦੈਟਸ ਆਲ ਤੋ ਨੈਕਸਟ ਕੁਐਸਚਨ ਨੰਬਰ 8 ਮੈਂਸ਼ਨ ਟੂ प्रोविजनस ऑफ आर्टिकल 48 विद रेफरेंस टू जर्मनी तो जर्मनी के अकॉर्डिंग जोड़े आर्टिकल 48 है दो प्रोविजनस केड़े सी इट वॉज द प्रेसिडेंट टू इंपोज एमरजेंसी
ठीक है कि जे भी ਪ੍ਰੈਜ਼ੀਡੈਂਟ ਹੀ ਜੇ ਕੋਈ ਮਤਲਬ ਲਾਈਕ ਇਮਰਜੈਂਸੀ ਇੰਪੋਜ਼ ਕਰਨੀ ਹੈ ਇੰਪੋਜ਼ ਕਰਨਾ ਹੁੰਦਾ ਹੈ ਨਾ ਕਿ ਉਹਨਾਂ ਦੇ ਉੱਤੇ ਥਮਾਣਾ ਜਾਂ ਲਾਈਕ ਉਹਨਾਂ 'ਤੇ ਲਾ ਦੇਣਾ ਕਿ ਹਾਂ ਹੁਣ ਐਮਰਜੈਂਸੀ ਹੈ ਤਾਂ ਇਹ ਇਟ ਵਾਜ਼ ਅ ਪ੍ਰੈਜ਼ੀਡੈਂਟ ਹੀ ਕਰ ਸਕਦਾ ਸੀ। ਨੈਕਸਟ ਇਟ ਪ੍ਰੋਵਾਈਡਡ ਪਾਵਰਸ ਟੂ ਪ੍ਰੈਜ਼ੀਡੈਂਟ ਟੂ ਸਸਪੈਂਡ ਸਿਵਲ ਰਾਈਟਸ ਤਾਂ ਇਹ ਵੀ ਪ੍ਰੋਵਾਈਡ ਕਰਦੀ ਸੀ ਆਰਟੀਕਲ ਜਿਹੜਾ ਕਹਿੰਦਾ 48 ਕਿ ਜਿਹੜੀ ਵੀ ਕੋਈ ਮਤਲਬ ਲਾਈਕ ਪਾਵਰ ਹੈ ਕੁਛ ਸਸਪੈਂਡ ਕਰਨੇ ਸਿਵਲ ਰਾਈਟਸ ਨੇ ਤਾਂ ਉਹਨਾਂ ਨੂੰ ਕਿਹਦੇ ਹੱਥ ਪਾਵਰ ਦਿੱਤੀ ਜਾਂਦੀ ਹੈ ਪ੍ਰੈਸੀਡੈਂਟ ਨੂੰ। ਠੀਕ ਹੈ ਇਟ ਪ੍ਰੋਵਾਈਡਡ ਇਹ ਆਰਟੀਕਲ ਹੀ ਪ੍ਰੋਵਾਈਡ ਕਰਦਾ ਹੈ ਪਾਵਰਸ ਕਿਸ ਨੂੰ ਪ੍ਰੈਸੀਡੈਂਟ ਨੂੰ ਕਿ ਕੋਈ ਵੀ ਸਿਵਲ ਰਾਈਟਸ ਨੇ ਉਸਨੂੰ ਤੁਸੀਂ ਕੀ ਕਰ ਸਕਦੇ ਹੋ ਸਸਪੈਂਡ ਕਰ ਸਕਦੇ ਹੋ। ਠੀਕ ਹੈ ਜੀ ਓਕੇ। So now the next question, when did Germany withdraw herself from the League of Nation? ठीक है तो ਕਹਿੰਦੇ ਕਿ ਕਦੋਂ ਜਰਮਨੀ ਨੇ ਵਿਡਰੋ ਕੀਤਾ ਹਰਸੈਲਫ ਆਪਣੇ ਆਪ ਨੂੰ ਕਦੋਂ ਮਤਲਬ ਲੀਗ ਆਫ ਨੇਸ਼ਨਸ ਤੋਂ ਵਾਪਸ ਉਹ ਕਰ ਲਿਆ ਸੀਗਾ ਕਿ ਹਾਂ ਛੋੜ ਦਿੱਤਾ ਸੀ ਉਸਨੂੰ ਲਿਫਟ ਕਰਤਾ ਸੀ ਲੀਗ ਆਫ ਨੇਸ਼ਨਸ ਨੂੰ ਤਾਂ 1933 ਦੇ ਵਿੱਚ। ਠੀਕ ਹੈ ਜੀ ਨੈਕਸਟ ਕੁਐਸਚਨ ਹੈ ਇਨ ਵਿਚ ਈਅਰ ਡਿਡ ਹਿਟਲਰ ਇਨਵੇਡ ਪੋਲੈਂਡ ਤਾਂ ਕਿਸ ਸਾਲ ਦੇ ਵਿੱਚ ਹਿਟਲਰ ਨੇ ਇਨਵੇਡ ਕੀਤਾ ਪੋਲੈਂਡ 'ਤੇ ਇਨਵੇਡ ਮਤਲਬ ਹਮਲਾ ਕੀਤਾ। ਠੀਕ ਹੈ 1939 ਦੇ ਵਿੱਚ ਉਸਨੇ ਪੋਲੈਂਡ 'ਤੇ ਹਮਲਾ ਕੀਤਾ ਹਿਟਲਰ ਨੇ। ਠੀਕ ਹੈ ਜੀ ਨੈਕਸਟ ਕੁਐਸਚਨ ਨੰਬਰ 11 ਵਿਚ ਇੰਸੀਡੈਂਟ ਮਾਰਕਡ ਦਾ ਬਿਗਨਿੰਗ ਆਫ ਸੈਕਿੰਡ ਵਰਲਡ ਵਾਰ ਹੁਣ ਕਿਹੜੀ ਘਟਨਾ ਜਿਹੜੀ ਸੀਗੀ ਹੈ ਨਾ ਉਸਨੇ ਸੈਕਿੰਡ ਵਰਲਡ ਵਾਰ ਦੀ ਸ਼ੁਰੂਆਤ ਕੀਤੀ ਮਾਰਕ ਦਾ ਇੰਸੀਡੈਂਟ ਯਾਨੀ ਕਿ ਇੱਥੋਂ ਹੀ ਸਟਾਰਟ ਹੁੰਦਾ ਆਪਾਂ ਕਹਿ ਸਕਦੇ ਹਾਂ ਤਾਂ ਕੀ ਹੋਇਆ ਸੀ ਇਹੋ ਜਿਹਾ ਕਿ ਮਤਲਬ ਸੈਕਿੰਡ ਵਰਲਡ ਵਾਰ ਹੋਣੀ ਹੋ ਗਈ ਸੀ। ਦਾ ਓਕੇ ਆਨਸਰ ਦਾ ਇਨਵੇਸ਼ਨ ਆਫ ਪੋਲੈਂਡ ਬਾਏ ਹਿਟਲਰ। ਦੇਖੋ ਆਪਾਂ ਲਾਸਟ ਕੁਐਸਚਨ ਪੜ੍ਹਿਆ ਕਿ ਪੋਲੈਂਡ ਦੇ ਉੱਤੇ ਹਿਟਲਰ ਨੇ ਜਿਹੜਾ 1939 ਦੇ ਵਿੱਚ ਹਮਲਾ ਕੀਤਾ ਉਸ ਤੋਂ ਹੀ ਸਟਾਰਟ ਹੋਈ ਸੀ ਸੈਕਿੰਡ ਵਰਲਡ ਵਾਰ। ਠੀਕ ਹੈ ਤਾਂ ਇਹ ਕੁਐਸਚਨ ਰਿਲੇਟ ਹੈ ਉਸਦੇ 10th ਕੁਐਸਚਨ ਦੇ। ਸੋ ਨੈਕਸਟ ਕੁਐਸਚਨ ਨੰਬਰ 12 ਵਿਚ ਇੰਸੀਡੈਂਟ ਮਾਰਕ ਦਾ ਐਂਡ ਆਫ ਦਾ ਸੈਕਿੰਡ ਵਰਲਡ ਵਾਰ। ਹੁਣ ਕੁਐਸਚਨ ਨੰਬਰ 12 ਇਸ ਦੇ ਨਾਲ ਦਾ ਹੀ ਹੈ ਕਿ ਉਹ ਆਪਣੀ ਸਟਾਰਟਿੰਗ ਹੋ ਗਈ ਸੀ ਕਿ ਸੈਕਿੰਡ ਵਰਲਡ ਵਾਰ ਦੀ ਸ਼ੁਰੂਆਤ ਕਿਵੇਂ ਹੋਈ। ਨੈਕਸਟ ਕੁਐਸਚਨ ਹੈ ਕਿ ਕਿਹੜੀ ਦੂਜੇ ਵਿਸ਼ਵ ਯੁੱਧ ਦੇ ਅੰਤ ਨੂੰ ਦੱਸਦੀ ਹੈ ਨਾ ਤਾਂ ਵਿਚ ਇੰਸੀਡੈਂਟ ਮਤਲਬ ਦੱਸਦੀ ਹੈ ਜਾਂ ਦਰਸਾਉਂਦੀ ਹੈ ਕਿ ਸੈਕਿੰਡ ਵਰਲਡ ਵਾਰ ਦਾ ਐਂਡ ਜਿਹੜਾ ਸੀਗਾ ਉਹ ਕਿਸ ਤਰੀਕੇ ਨਾਲ ਹੋਇਆ। ਸੋ ਆਨਸਰ ਇਜ਼ ਦਾ ਵਰਲਡ ਵਾਰ ਐਂਡਡ ਇਨ ਮੇ 1945 ਤਾਂ ਦੇਖੋ 1945 ਦੇ ਵਿੱਚ ਇਹ ਵਾਰ ਐਂਡਡ ਹੋਈ ਕੀਤੀ ਗਈ ਵਿਦ ਹਿਟਲਰਸ ਡਿਫੀਟ ਜਦੋਂ ਕਿ ਆਪਾਂ ਕਹਿ ਸਕਦੇ ਹਾਂ ਡਿਫੀਟ ਹਿਟਲਰ ਦੀ ਹਾਰ ਹੋ ਗਈ ਹੈ ਨਾ 1945 ਦੇ ਵਿੱਚ ਹਿਟਲਰ ਦੀ ਹਾਰ ਹੋ ਗਈ ਅਤੇ ਨਾਲ ਹੀ ਕੀ ਕਹਿ ਰਹੇ ਨੇ ਇਹ ਕਿ ਐਂਡ ਦਾ US ਡ੍ਰੌਪਿੰਗ ਆਫ ਦਾ ਐਟਮ ਬੋਂਬ ਔਨ ਦਾ ਹੀਰੋਸ਼ੀਮਾ ਇਨ ਜਾਪਾਨ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਾਪਾਨ ਦੇ ਉੱਤੇ ਉਹਨਾਂ ਨੇ ਹੀਰੋਸ਼ੀਮਾ ਉੱਤੇ ਮਤਲਬ ਜਾਪਾਨ ਦਾ ਜੋ ਹੀਰੋਸ਼ੀਮਾ ਏਰੀਆ ਉਸ ਦੇ ਉੱਤੇ ਅਮੈਰੀਕਾ ਨੇ ਐਟਮ ਬੰਬ ਸਿੱਟਿਆ ਸੀ ਤਾਂ ਉਸਦੇ ਸਿੱਟਣ ਦੇ ਨਾਲ ਇਹ ਜਿਹੜੀ ਜੰਗ ਹੈ ਜਿਹੜਾ ਇਹ ਸੈਕਿੰਡ ਵਰਲਡ ਵਾਰ ਹੈ ਇਹ ਖਤਮ ਹੋਈ ਤਾਂ 1945 ਮੇ 1945 ਵਾਜ਼ ਦਾ ਐਂਡਡ ਪੀਰੀਅਡ ਆਫ ਸੈਕਿੰਡ ਵਰਲਡ ਵਾਰ। ਤਾਂ ਇੰਪੋਰਟੈਂਟ ਇਹੀ ਹੈ ਕਿ ਆਪਾਂ ਨੂੰ ਦੋ ਮੇਨ ਟਰਮਸ ਮਿਲ ਗਈਆਂ ਕਿ ਹਿਟਲਰ ਦੀ ਡਿਫੀਟ ਐਂਡ ਸੈਕਿੰਡ US ਨੇ ਜੋ ਹੀਰੋਸ਼ੀਮਾ ਜਾਪਾਨ ਦੇ ਉੱਤੇ ਐਟਮ ਬੰਬ ਸਿੱਟਿਆ ਸੀ। ਠੀਕ ਹੈ ਜੀ ਕੁਐਸਚਨ ਨੰਬਰ 13 ਸਟੇਟ ਐਨੀ 2 ਸਟੈਪਸ ਵਿਚ ਵਰ ਟੇਕਨ ਬਾਈ ਨਾਜ਼ੀਜ਼ ਟੂ ਕੰਟਰੋਲ ਦ ਯੂਥ ਤਾਂ ਹੁਣ 2 ਸਟੈਪਸ ਆਪਾਂ ਸਟੇਟ ਕਰਨੇ ਆ ਨਾ ਕਿ ਜੋ ਨਾਜ਼ੀਜ਼ ਜਿਹੜੇ ਸੀਗੇ ਨਾਜ਼ਿਜ਼ਮਸ ਅਸੀਂ ਪੜ੍ਹੇ ਹੋਏ ਆ ਨਾ ਸਾਨੂੰ ਪਤਾ ਕੌਣ ਸੀ ਨਾਜ਼ੀਜ਼ ਤਾਂ ਨਾਜ਼ੀਜ਼ ਇਹਨਾਂ ਦੇ ਹੀ ਹਿਟਲਰ ਦੇ ਹੀ ਜੋ ਫੋਲੋਵਰਸ ਸੀ ਉਹਨਾਂ ਨੂੰ ਕਹਿੰਦੇ ਸੀਗੇ ਨਾ ਤਾਂ ਉਹਨਾਂ ਨੇ ਯੂਥ ਨੂੰ ਕੰਟਰੋਲ ਕਰਨ ਲਈ ਯੂਥ ਮਤਲਬ ਨੌਜਵਾਨਾਂ ਨੂੰ ਕਾਬੂ ਕਰਨ ਲਈ ਹੈ ਨਾ ਕਿਹੜੇ ਕਦਮ ਚੁੱਕੇ ਤਾਂ ਅਸੀਂ 2 ਸਟੈਪਸ ਦੱਸਣੇ ਨੇ। ਫਸਟ ਇਜ਼ ਚਿਲਡਰਨ ਵਰ ਟੌਟ ਟੂ ਬੀ ਲੋਇਲ ਤਾਂ ਬੱਚਿਆਂ ਨੂੰ ਕੀ ਸਿਖਾਇਆ ਜਾਂਦਾ ਸੀ ਵਫਾਦਾਰ ਦੇ ਅਧੀਨ ਹੋਣਾ ਸਾਡੇ ਅੰਡਰ ਹੋਣਾ ਐਂਡ ਸਬਮਿਸਿਵ ਯਾਨੀ ਕਿ ਸਾਡੇ ਅਧੀਨ ਹੋਣਾ ਅਤੇ ਲੋਇਲ ਵਫਾਦਾਰ ਹੋਣਾ। ਹੇਟ ਜਿਓਸ ਐਂਡ ਵਰਸ਼ਿਪ ਹਿਟਲਰ ਕਿ ਜਿਓਸ ਜਿਹੜੇ ਸੀ ਜਿਓਸ ਅਸੀਂ ਪੜ੍ਹਿਆ ਹੋਇਆ ਜਿਓਸ ਕੌਣ ਹੁੰਦੇ ਨੇ ਕਿ ਜੋ ਇੱਕ ਅਲੱਗ ਹੀ ਧਰਮ ਹੈ ਨਾ ਆਪਣਾ ਇਹਨਾਂ ਦਾ ਰਿਲੀਜਨ ਹੁੰਦਾ ਅਲੱਗ ਹੀ ਰਿਲੀਜਨ ਦੇ ਲੋਕ ਹੁੰਦੇ ਨੇ ਜਿਹੜਾ ਆਪਣੇ ਅਕੋਰਡਿੰਗ ਚੱਲਦੇ ਹੈ ਨਾ ਤਾਂ ਹਿਟਲਰ ਨੇ ਇਹੀ ਕਿਹਾ ਹੋਇਆ ਸੀ ਉਹਨਾਂ ਨੂੰ ਕਿ ਉਹਨਾਂ ਨੂੰ ਤੁਸੀਂ ਕੀ ਕਰਨਾ ਯੂਥ ਨੂੰ ਇਹ ਸਿਖਾ ਰਹੇ ਸੀ ਬੱਚਿਆਂ ਨੂੰ ਸਿਖਾ ਰਹੇ ਸੀ ਉਹਨਾਂ ਨੂੰ ਹੇਟ ਕਰੋ ਔਰ ਪੂਜਾ ਕਿਸ ਦੀ ਕਰੋ ਹਿਟਲਰ ਦੀ ਖੁਦ ਦੀ ਆਪਣੀ ਖੁਦ ਦੀ ਪੂਜਾ ਕਰਵਾਉਂਦਾ ਸੀ ਐਂਡ ਵਰਸ਼ਿਪ ਹਿਟਲਰ ਇਹ ਚਾਹੁੰਦਾ ਸੀ ਉਹ। ਠੀਕ ਹੈ ਸੈਕਿੰਡ ਹੈ ਯੂਥ ਔਰਗਨਾਈਜੇਸ਼ਨਸ ਵਰ ਮੇਡ ਰਿਸਪੋਂਸਿਬਲ ਫॉर ਐਜੂਕੇਟਿੰਗ ਜਰਮਨ ਯੂਥ ਇਨ ਦ ਸਪਿਰਿਟ ਆਫ ਨੈਸ਼ਨਲ ਸੋਸ਼ਲਿਜ਼ਮ ਤਾਂ ਯੂਥ ਔਰਗਨਾਈਜੇਸ਼ਨ ਬਣੀਆਂ ਤਾਂ ਮਤਲਬ ਲਾਈਕ ਉਹ ਬਣਾਇਆ ਗਿਆ ਯੂਥ ਔਰਗਨਾਈਜੇਸ਼ਨਸ ਬਣਾਈਆਂ ਗਈਆਂ ਨੌਜਵਾਨਾਂ ਦੇ ਲਈ ਸੰਗਠਨ ਬਣਾਏ ਗਏ। ਠੀਕ ਹੈ ਕਾਹਦੇ ਲਈ ਕਿ ਦੇ ਵਰ ਮੇਡ ਰਿਸਪੋਂਸਿਬਲ ਫॉर ਐਜੂਕੇਟਿੰਗ ਜਰਮਨ ਯੂਥ ਯਾਨੀ ਕਿ ਜਰਮਨੀ ਦੇ ਨੌਜਵਾਨਾਂ ਨੂੰ ਰਾਸ਼ਟਰੀ ਸਮਾਜਵਾਦ ਦੀ ਭਾਵਨਾ ਵਿੱਚ
ਸਿੱਖਿਅਤ ਕਰਨ ਲਈ, ਉਹਨਾਂ ਨੂੰ ਪੜ੍ਹਾਉਣ ਲਈ, ਇਨ ਦਾ ਸਪਿਰਿਟ ਆਫ ਨੈਸ਼ਨਲ ਸੋਸ਼ਲਿਜ਼ਮ, ਕਿ ਆਪਣੇ ਦੇਸ਼ ਦੇ ਲਈ ਅਸੀਂ ਰਾਸ਼ਟਰੀ ਸਮਾਜਵਾਦ ਕੀ ਹੁੰਦਾ ਉਸਦੀ ਭਾਵਨਾ ਜਗਾਉਣਾ ਚਾਹੁੰਦੇ ਸੀ, ਉਹਦੇ ਵਿੱਚ ਸਿਖਲਾਈ ਦੇਣਾ ਚਾਹੁੰਦੇ ਸੀ। ਠੀਕ ਹੈ, ਉਹਨਾਂ ਦੇ ਲਈ ਉਹਨਾਂ ਨੇ ਨੌਜਵਾਨ ਸੰਗਠਨਾਂ ਨੂੰ ਬਣਾਇਆ। ਠੀਕ ਹੈ, ਦੇ ਵਰ ਮੇਡ। ਓਕੇ, ਨੈਕਸਟ ਕੁਐਸਚਨ 14th, ਹੂ ਵਰ ਨੋਨ ਐਜ਼ ਦ ਨਵੰਬਰ ਕ੍ਰਿਮੀਨਲਸ। ਹੁਣ ਨਵੰਬਰ ਕ੍ਰਿਮੀਨਲਸ ਕੌਣ ਸੀਗੇ? ਨਵੰਬਰ ਦੇ ਅਪਰਾਧੀ ਹੈ ਨਾ, ਉਹਨਾਂ ਨੂੰ ਕਿਹਨਾਂ ਨੂੰ ਕਿਹਾ ਜਾਂਦਾ ਸੀ? ਅਪਰਾਧੀ ਕ੍ਰਿਮੀਨਲਸ ਹੁੰਦੇ ਨੇ। ਦ ਗਰੁੱਪ ਆਫ ਪੀਪਲ, ਆਨਸਰ ਇਜ਼ ਦ ਗਰੁੱਪ ਆਫ ਪੀਪਲ, ਉਹ ਲੋਕਾਂ ਦਾ ਝੁੰਡ, ਹੂ ਮੇਨਲੀ ਸਪੋਰਟਡ ਦ ਵੀਮਾਰ ਰਿਪਬਲਿਕ ਆਫ ਜਰਮਨੀ, ਜਿਹੜੇ ਕਿ ਜਰਮਨੀ ਦੇ ਵੀਮਾਰ ਰਿਪਬਲਿਕ ਨੂੰ ਸਮਰਥ ਕਰਦੇ ਸੀਗੇ, ਹੈ ਨਾ, ਉਹਨਾਂ ਨੂੰ ਸਮਰਥ ਕਰ ਰਹੇ ਸੀਗੇ। ਅਤੇ ਉਸ ਤੋਂ ਬਾਅਦ ਮੋਸਟ ਆਫ ਦੈਮ ਵਰ ਸੋਸ਼ਲਿਸਟ, ਤਾਂ ਉਹਨਾਂ ਵਿੱਚੋਂ ਕੁਝ ਕੀ ਸੀਗੇ? ਸਮਾਜਵਾਦੀ ਸੀਗੇ। ਕੈਥੋਲਿਕਸ ਵੀ ਸੀ। ਐਂਡ ਡੈਮੋਕਰੇਟਸ, ਹੁਣ ਡੈਮੋਕਰੇਟਸ ਹੋ ਗਏ ਜਿਹੜੇ ਚਾਹੁੰਦੇ ਸੀ ਡੈਮੋਕ੍ਰੇਸੀ। ਸੋਸ਼ਲਿਸਟ ਜਿਹੜੇ ਸਮਾਜ ਦੇ ਵਿੱਚ ਵਰਤਣਾ ਚਾਹੁੰਦੇ ਸੀ, ਜੋ ਸਮਾਜ ਦੇ ਅਕੋਰਡਿੰਗ ਚੱਲਣਾ ਚਾਹੁੰਦੇ। ਕੈਥੋਲਿਕਸ ਕਿਹੜੇ ਹੁੰਦੇ ਆ? ਦੋਨਾਂ ਵਿੱਚੋਂ ਨਹੀਂ, ਜਿਹੜੇ ਚਾਹੁੰਦੇ ਨਾ ਡੈਮੋਕ੍ਰੇਸੀ ਔਰ ਸਮਾਜਵਾਦੀ, ਜਾਂ ਥੋੜ੍ਹਾ ਥੋੜ੍ਹਾ, ਹੈ ਨਾ। ਤਾਂ ਦੇ ਵਰ ਕੋਲਡ ਸੋ, ਤਾਂ ਉਹਨਾਂ ਨੂੰ ਇਸ ਲਈ ਬੁਲਾਇਆ ਗਿਆ ਬਿਕੋਜ਼, ਕਿਉਂਕਿ ਦੇ ਅਸੈਪਟਡ ਦ ਹਿਊਮਿਲੇਟਿੰਗ ਟਰਮਸ ਆਫ ਦ ਟ੍ਰੀਟੀ ਆਫ ਵਰਸੇਲਸ, ਕਿਉਂਕਿ ਉਹਨਾਂ ਨੇ ਵਰਸੇਲਸ ਦੀ ਸੰਧੀ ਦੀਆਂ ਅਪਮਾਨਜਨਕ ਸ਼ਰਤਾਂ ਨੂੰ ਕੀ ਕੀਤਾ? ਅਸੈਪਟਡ, ਯਾਨੀ ਕਿ ਸਵੀਕਾਰ ਕੀਤਾ ਸੀ। ਠੀਕ ਹੈ, ਦੈਟ ਵਰ ਦੇ ਨੋਨ ਵਾਜ਼ ਨਵੰਬਰ ਕ੍ਰਿਮੀਨਲਸ। ਓਕੇ, ਸੋ ਨੈਕਸਟ ਕੁਐਸਚਨ ਨੰਬਰ 15 ਕੁਐਸਚਨ ਹੈ, ਵਾਟ ਵਾਜ਼ ਡੇਵਿਸ ਪਲਾਨ। ਤਾਂ ਡੇਵਿਸ ਪਲਾਨ ਕੀ ਸੀਗਾ? ਸੋ ਆਨਸਰ, ਇਟ ਵਾਜ਼ ਅ ਪਲਾਨ, ਇਹ ਇੱਕ ਪਲਾਨ ਸੀ, ਇੱਕ ਯੋਜਨਾ ਸੀ, ਇੰਟਰੋਡਿਊਸ ਬਾਏ ਅਮੈਰੀਕਾ, ਅਮੈਰੀਕਾ ਦੇ ਦੁਆਰਾ ਇੰਟਰੋਡਿਊਸ ਕੀਤੀ ਗਈ। ਕਿਸ ਨੂੰ ਇੰਟਰੋਡਿਊਸ ਕੀਤੀ ਗਈ? ਟੂ ਬੇਲ ਜਰਮਨੀ ਆਊਟ ਆਫ ਦ ਫਾਈਨੈਂਸ਼ੀਅਲ ਕ੍ਰਾਈਸਿਸ ਵਿਚ ਇਟ ਸਫਰਡ ਆਫਟਰ ਦ ਫਰਸਟ ਵਰਲਡ ਵਾਰ। ਦੇਖੋ, ਫਰਸਟ ਵਰਲਡ ਵਾਰ ਹੋਈ, ਉਸ ਦੇ ਵਿੱਚ ਜਰਮਨੀ ਵਾਲੇ ਹਾਰ ਗਏ ਸੀਗੇ, ਹੈ ਨਾ, ਤਾਂ ਉਹਨਾਂ ਨੂੰ ਕਾਫੀ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਉਤਰਨਾ ਪਿਆ, ਮਤਲਬ ਦੇਖਣਾ ਪਿਆ, ਹੈ ਨਾ, ਪੈਸੇ ਦੀ ਬਹੁਤ ਘਾਟ ਹੋ ਗਈ ਸੀਗੀ। ਤਾਂ ਫਿਰ ਇਸ ਕਰਕੇ ਅਮੈਰੀਕਾ ਆਇਆ, ਉਹਨਾਂ ਨੂੰ ਉਹਨਾਂ ਦੇ ਸਾਹਮਣੇ ਡੇਵਿਸ ਪਲਾਨ ਰੱਖਿਆ। ਠੀਕ ਹੈ, ਤਾਂ ਕਿ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਗੁਜ਼ਰ ਰਹੇ ਨੇ, ਉਹਨਾਂ ਨੂੰ ਮਤਲਬ ਉਹਨਾਂ ਤੋਂ ਬਚਾਇਆ ਜਾਏ, ਹੈ ਨਾ, ਉਹਨਾਂ ਦੀ ਹੈਲਪ ਕੀਤੀ ਸੀ। ਸੋ ਇਹ ਪਲਾਨ ਸੀ। ਨੈਕਸਟ ਕੁਐਸਚਨ ਨੰਬਰ 16, ਵਾਟ ਇਜ਼ ਹਾਈਪਰ ਇਨਫਲੇਸ਼ਨ। ਠੀਕ ਹੈ, ਐਂਡ ਮੈਨਸ਼ਨ ਦ ਫੈਕਟਰ ਰਿਸਪੋਂਸਿਬਲ ਫॉर ਦਿਸ। ਤਾਂ ਹਾਈਪਰ ਇਨਫਲੇਸ਼ਨ ਕੀ ਹੁੰਦੀ ਹੈ? ਇਹ ਟਰਮ ਬਹੁਤ ਇੰਪॉर्टेंट ਹੈ, ਹਾਈਪਰ ਇਨਫਲੇਸ਼ਨ। ਠੀਕ ਹੈ, ਕਈ ਵਾਰ ਇੱਕ ਸਿੰਗਲ वन वर्ड आंसर क्वेश्चन आ जाता है। तो हाइपर इन्फ्लेशन इज द सिचुएशन, एक सिचुएशन है वैन देयर इज़ वेरी हाई प्राइस राइज, ਜਦੋਂ ਕਿ ਮਾਰਕੀਟ ਦੇ ਵਿੱਚ ਪੈਸੇ ਦੀ ਕੀਮਤ ਬਹੁਤ, ਕੋਈ ਵੀ ਚੀਜ਼ ਹੈ ਆਪਾਂ ਕੁਛ ਵੀ ਲੈਣ ਜਾਂਦੇ ਹਾਂ, ਉਹਦੀ ਕੀਮਤ ਬਹੁਤ ਵੱਧ ਜੇ। ਠੀਕ ਹੈ, ਦੈਟ ਇਜ਼ ਦ ਹਾਈਪਰ ਇਨਫਲੇਸ਼ਨ। ਠੀਕ ਹੈ, ਮੈਂਸ਼ਨ ਦ ਫੈਕਟਰ ਰਿਸਪੋਂਸੀਬਲ ਫॉर ਦਿਸ। ਤਾਂ ਕਿਹੜੇ ਕਿਹੜੇ ਫੈਕਟਰ ਰਿਸਪੋਂਸੀਬਲ ਸੀ, ਕਿਉਂ ਮਤਲਬ ਇਹ ਸਭ ਹੋਇਆ ਸੀ? ਇਟ ਅਕਰਡ ਇਨ ਜਰਮਨੀ, ਜਰਮਨੀ ਦੇ ਵਿੱਚ ਇੱਕਦਮ ਪ੍ਰਾਈਸ ਵੱਧ ਗਏ ਜਾਂ ਹਾਈਪਰ ਇਨਫਲੇਸ਼ਨ ਆ ਗਿਆ, ਪੈਸੇ ਦੀ ਕੀਮਤ ਵੀ ਵੱਧ ਗਈ। ਇਹ ਹੋਇਆ ਸੀ ਇਨ ਜਰਮਨੀ ਦੇ ਵਿੱਚ ਆਫਟਰ ਦਾ ਫਸਟ ਵਰਲਡ ਵਾਰ ਦੇ ਵਿੱਚ ਹੋਇਆ। ਉਸ ਤੋਂ ਬਾਅਦ ਕਿਉਂਕਿ ਡਿਊ ਟੂ ਮਚ ਪ੍ਰਿੰਟਿੰਗ ਆਫ ਕਰੰਸੀ ਯਾਨੀ ਕਿ ਮੁਦਰਾ, ਉਸਦੀ ਬਹੁਤ ਜ਼ਿਆਦਾ ਪ੍ਰਿੰਟਿੰਗ ਹੋਈ ਉਸ ਟਾਈਮ। ਠੀਕ ਹੈ, ਪੈਸੇ ਦੀ ਲੋੜ ਸੀ ਨਾ, ਪੈਸੇ ਦੀ ਬਹੁਤ ਜ਼ਿਆਦਾ ਪ੍ਰਿੰਟਿੰਗ ਹੋ ਚੁੱਕੀ ਸੀ, ਤਾਂ ਇੱਕ ਲਿਮਿਟ ਹੁੰਦੀ ਹੈ ਨਾ, ਤਾਂ ਲਿਮਿਟ ਕ੍ਰੋਸ ਹੋ ਚੁੱਕੀ ਸੀ। ਤਾਂ ਉਸ ਤੋਂ ਬਾਅਦ ਕੀ ਹੋਇਆ? ਇਹ ਸਭ ਜਰਮਨੀ ਦੇ ਵਿੱਚ ਅਕੜ ਹੋਇਆ। ਠੀਕ ਹੈ, ਫਸਟ ਵਰਲਡ ਵਾਰ ਤੋਂ ਬਾਅਦ, ਤਾਂ ਕਰਕੇ ਹਾਈਪਰ ਇਨਫਲੇਸ਼ਨ ਹੋ ਗਈ ਸੀ। ਨੈਕਸਟ ਕੁਐਸਚਨ ਨੰਬਰ 17, ਵਿਚ ਕੰਟਰੀ ਬੇਲਡ ਆਊਟ ਜਰਮਨੀ ਫॉर ਦ ਹਾਈਪਰ ਇਨਫਲੇਸ਼ਨ ਸਿਚੁਏਸ਼ਨ। ਹਾਈਪਰ ਇਨਫਲੇਸ਼ਨ ਸਿਚੁਏਸ਼ਨ 'ਚੋਂ ਜਰਮਨੀ ਨੂੰ ਕਿਸਨੇ ਬਾਹਰ ਕੱਢਿਆ ਸੀ? ਕਿਹੜੇ ਕੰਟਰੀ ਨੇ ਹੈਲਪ ਕੀਤੀ ਸੀ? USA ਨੇ। ਆਪਾਂ ਲਾਸਟ ਵਿੱਚ ਪੜ੍ਹ ਕੇ ਹਟੇ ਹਾਂ 15th ਕੁਐਸਚਨ, ਡੇਵਿਸ ਪਲਾਨ ਦੇ ਥਰੂ USA ਨੇ ਹੈਲਪ ਕੀਤੀ ਸੀ ਜਰਮਨੀ ਦੀ, ਹੈ ਨਾ। ਤੋ ਇਹ ਸੀ। ਨੈਕਸਟ ਕੁਐਸਚਨ ਨੰਬਰ 18, ਹੂ ਵਾਜ਼ ਦ ਰਾਈਟਰ ਆਫ ਦ ਬੁੱਕ ਥਰਡ ਰੀਕ ਆਫ ਡ੍ਰੀਮਸ। ਤਾਂ ਰਾਈਟਰ ਕੌਣ ਸੀਗਾ? ਇੱਕ ਬੁੱਕ ਲਿਖੀ ਗਈ ਸੀ ਥਰਡ ਰੀਕ ਆਫ ਡ੍ਰੀਮਸ, ਹੈ ਨਾ। ਐਂਡ ਵਾਟ ਵਾਜ਼ ਦ ਥੀਮ, ਅਤੇ ਉਸ ਦਾ ਉਦੇਸ਼ ਕੀ ਸੀਗਾ, ਥੀਮ ਕੀ ਸੀਗਾ ਬੁੱਕ ਲਿਖਣ ਦਾ? ਸੋ ਆਨਸਰ ਇਜ਼ ਦ ਬੁੱਕ ਵਾਜ਼ ਰਿਟਨ ਬਾਏ ਚਾਰਲੋਟ ਬੈਰਟ, ਹੈ ਨਾ। ਤਾਂ ਚਾਰਲੋਟ ਬੈਰਟ ਇੱਕ ਲੇਡੀ ਸੀ, ਉਸਦੇ ਦੁਆਰਾ ਲਿਖੀ ਗਈ ਸੀ। ਉਸਦਾ ਥੀਮ ਸੀ ਸ਼ੀ ਡਿਸਕ੍ਰਾਈਬਸ, ਉਸਨੇ ਉਹਦੇ ਵਿੱਚ ਡਿਸਕ੍ਰਾਈਬ ਕੀਤਾ ਹੋਇਆ ਸੀ ਹਾਊ ਜਿਊਜ਼ ਦੈਮਸੈਲਵਸ ਬਿਗਨ ਬਿਲੀਵਿੰਗ ਇਨ ਦ ਨਾਜ਼ੀ ਸਟ੍ਰੈਟੋਟਾਈਪਸ ਅਬਾਊਟ ਦੈਮ। ਤਾਂ ਕਹਿੰਦੇ ਕਿਸ ਤਰ੍ਹਾਂ ਜਿਊਜ਼ ਜਿਹੜੇ ਸੀਗੇ, ਹੈ ਨਾ, ਜਿਨ੍ਹਾਂ ਤੋਂ ਬਹੁਤ ਨਫ਼ਰਤ ਕਰਦੇ ਸੀ ਹਿਟਲਰ ਦੇ ਲੋਕ, ਹਿਟਲਰ ਵਗੈਰਾ, ਹੈ ਨਾ, ਜਿਊਜ਼ ਦੇ। ਤਾਂ ਉਹਨਾਂ ਨੂੰ ਮਤਲਬ ਜਿਊਜ਼ ਜਿਹੜੇ ਸੀ, ਉਹਨਾਂ ਨੇ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਨਾਜ਼ੀਸ ਨੂੰ ਮੰਨਣਾ, ਅਪਣਾਉਣਾ ਸ਼ੁਰੂ ਕੀਤਾ, ਉਹਦੇ ਬਾਰੇ ਸੀ ਇਹ ਬੁੱਕ ਦਾ ਨੇਮ ਯਾਦ ਕਰ ਲਓ। ਬੁੱਕ ਦਾ ਜੋ ਹੈ ਰੀਕ ਆਫ ਡ੍ਰੀਮਸ, ਬੁੱਕ ਥਰਡ ਰੀਕ ਆਫ ਡ੍ਰੀਮਸ, ਔਰ ਕਿਸ ਦੇ ਦੁਆਰਾ ਲਿਖੀ ਗਈ ਸੀ? ਲੇਡੀ ਚਾਰਲੋਟ ਬੈਰਟ। ਠੀਕ ਹੈ ਜੀ, ਸੋ ਇਟਸ ਵੈਰੀ ਇੰਪॉर्टेंट क्वेश्चन। ओके, नाउ नेक्स्ट क्वेश्चन,
Now, question number 19. 19th question है, what was the enabling act? Enabling act ਕੀ ਹੈਗਾ ਸੀ which was passed by Hitler after he took control over Germany. ਜਰਮਨੀ ਤੇ ਜਦੋਂ ਹਿਟਲਰ ਦਾ ਕੰਟਰੋਲ ਆ ਗਿਆ, ਹਿਟਲਰ ਦੇ ਹੱਥ ਵਿੱਚ ਪੂਰੀ ਜਰਮਨੀ ਆ ਗਈ, ਤਾਂ ਉਸਨੇ ਕਿਹੜੇ ਐਕਟ ਜਿਹੜਾ ਸੀ ਉਹ ਇਨੇਬਲ ਕੀਤਾ? ਐਂਡ ਸੋ ਆਨਸਰ ਦਾ ਇਨੇਬਲਿੰਗ ਐਕਟ ਵਾਸ, ਜਿਹੜਾ ਇਨੇਬਲਿੰਗ ਐਕਟ ਸੀ ਇਟ ਵਾਸ ਪਾਸਡ ਇਨ 1933, 1933 ਦੇ ਵਿੱਚ ਇਹ ਪਾਸ ਹੋਇਆ। ਠੀਕ ਹੈ ਜੀ। ਇਟ ਗੇਵ ਹਿਟਲਰ ਆਲ ਪਾਵਰਸ, ਉਸ ਐਕਟ ਨੇ ਹਿਟਲਰ ਨੂੰ ਸਾਰੀਆਂ ਪਾਵਰਸ ਦੇਤੀਆਂ ਟੂ ਸਾਈਡਲਾਈਨ ਦਾ ਪਾਰਲੀਮੈਂਟ ਐਂਡ ਦਾ ਰੂਲ ਬਾਏ ਡਿਕਰੀ। ਜੋ ਵੀ ਮਤਲਬ ਪਾਰਲੀਮੈਂਟ ਹੈ ਜਾਂ ਜੋ ਵੀ ਜਿਨ੍ਹਾਂ ਦੇ ਰੂਲਸ ਵਗੈਰਾ ਕੋਈ ਪਾਰਟੀਜ਼ ਬਣੀਆਂ ਹੁੰਦੀਆਂ ਨਾ, ਉਹਨਾਂ ਦੁਆਰਾ ਜੋ ਵੀ ਰੂਲਸ ਨੇ ਉਹ ਸਾਰੇ ਉਹਨੇ ਇੱਕ ਪਾਸੇ ਕਰਨ ਦਾ ਉਹਨੂੰ ਮਤਲਬ ਇਨੇਬਲ ਹੋ ਗਿਆ ਸੀ ਕਿ ਹਾਂ ਪਾਸੇ ਕਰ ਦਿਓ। ਉਹ ਕਿਸ ਨੂੰ ਨਹੀਂ ਮੰਨਣਾ ਚਾਹੁੰਦਾ ਸੀ, ਹਿਟਲਰ ਹੈ ਨਾ, ਮੰਨਦਾ ਨਹੀਂ ਸੀ। ਸੋ ਆਲ ਪੋਲੀਟੀਕਲ ਪਾਰਟੀਜ਼ ਐਂਡ ਟ੍ਰੇਡ ਯੂਨੀਅਨਸ ਵਰ ਬੈਂਡ ਐਕਸੈਪਟ ਦ ਨਾਜ਼ੀਜ਼ ਪਾਰਟੀ। ਸਾਰੀਆਂ ਟ੍ਰੇਡ ਯੂਨੀਅਨ, ਸਾਰੀਆਂ ਪਾਰਟੀਜ਼ ਜਿੰਨੇ ਵੀ ਸੀ ਸਭ ਨੂੰ ਉਸਨਾਂ ਨੇ ਬੈਨ ਕਰ ਦਿੱਤਾ ਹਿਟਲਰ ਨੇ, ਔਰ ਉਸ ਐਕਸੈਪਟ ਨਾਜ਼ੀ, ਬਸ ਨਾਜ਼ੀ ਪਾਰਟੀ ਇੱਕ ਉਹੀ ਰੱਖੀ ਸੀ ਕਿ ਜੋ ਵੀ ਹੋਏਗਾ ਨਾਜ਼ੀ ਪਾਰਟੀ ਹੀ ਕਰੇਗੀ, ਕਿਉਂ ਹਿਟਲਰ ਦੀ ਸੀ ਬਈ, ਸਿੱਧੀ ਜੀ ਗੱਲ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਨੰਬਰ 20, ਵਾਟ ਵਰ ਕੰਸਨਟਰੇਸ਼ਨ ਕੈਂਪਸ? ਹੁਣ ਕੰਸਨਟਰੇਸ਼ਨ ਕੈਂਪਸ ਕੀ ਸੀਗੇ? ਹਿਟਲਰ ਤੋਂ ਬਾਅਦ ਹੀ ਆਏ ਸੀ। ਐਂਡ ਹੂ ਵਰ ਕੈਪਟ ਇਨ ਥੀਸ ਕੈਂਪਸ, ਤੇ ਕਿਹਨਾਂ ਨੂੰ ਇਹਨਾਂ ਕੈਂਪਸ ਦੇ ਵਿੱਚ ਰੱਖਿਆ ਗਿਆ ਸੀ? ਸੁਣੋ, ਦ ਕੈਂਪਸ ਵਿਚ ਵਰ ਕ੍ਰੀਏਟਡ ਬਾਈ ਹਿਟਲਰ ਟੂ ਡਿਟੇਨ ਕਮਿਊਨਿਸਟ। ਡਿਟੇਨ ਕਰਨਾ ਕਮਿਊਨਿਸਟ ਨੂੰ, ਯਾਨੀ ਕਿ ਨਜ਼ਰਬੰਦ ਕਰ ਦੇਣਾ। ਹਾਂਜੀ, ਬਸ ਸਾਡੀ ਹੀ ਚੱਲਣੀ ਹੈ ਨਾ, ਉਹਨਾਂ ਨੇ ਕਮਿਊਨਿਸਟ ਨੂੰ ਨਜ਼ਰਬੰਦ ਕਰ ਦਿੱਤਾ। ਠੀਕ ਹੈ ਜੀ। ਐਂਡ ਹਿਟਲਰ ਦੇ ਦੁਆਰਾ ਇਹ ਕੰਸਨਟਰੇਸ਼ਨ ਕੈਂਪਸ ਜਿਹੜੇ ਸੀਗੇ ਕ੍ਰੀਏਟ ਕੀਤੇ ਗਏ ਸੀਗੇ। ਠੀਕ ਹੈ ਜੀ। ਵਟ ਵਰ ਦਾ ਗਿਟੋਜ਼? ਗਿਟੋਜ਼ ਕੀ ਸੀਗੇ? ਦ ਜੋਜ਼ ਵਰ ਕੰਸੀਡਰਡ ਐਜ਼ ਦ ਇਨਫੀਰੀਅਰ ਐਂਡ ਅਨਡਿਜ਼ਾਇਰੇਬਲ ਰੇਸ ਇਨ ਜਰਮਨੀ। ਦੇਖੋ ਗਿਟੋਜ਼ ਕੀ ਹੈ, ਪਹਿਲਾਂ ਆਪਾਂ ਨਾ ਇਹੀ ਪੜ੍ਹਨਾ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਜਿਓਜ਼ ਸੀਗੇ ਹੈ ਨਾ, ਜਿਓਜ਼ ਸੀਗੇ ਨਾ ਅਲੱਗ ਜਿਹੜੇ ਹੋ ਕੇ ਰਹਿੰਦੇ ਸੀ ਇਹਨਾਂ ਤੋਂ, ਉਹਨਾਂ ਨੂੰ ਇਨਫੀਰੀਅਰ ਅਤੇ ਅਨਡਿਜ਼ਾਇਰੇਬਲ ਰੇਸ ਮੰਨਿਆ ਜਾਂਦਾ ਸੀ ਜਰਮਨੀ ਦੇ ਵਿੱਚ, ਯਾਨੀ ਕਿ ਨੀਚ ਜਾਤ ਹੁੰਦੀ ਹੈ ਨਾ, ਲਾਈਕ ਇਨਫੀਰੀਅਰ ਐਂਡ ਅਨਡਿਜ਼ਾਇਰੇਬਲ, ਯਾਨੀ ਕਿ ਕੋਈ ਉਹਨਾਂ ਦੀ ਮਤਲਬ ਇੱਕ ਅਲੱਗ ਹੀ ਨਸਲ ਕਿਹਾ ਜਾਂਦਾ ਹੈ ਨਾ, ਇਹਨਾਂ ਤੋਂ ਬਹੁਤ ਅਲੱਗ ਰਹਿੰਦੇ ਸੀ ਜਰਮਨੀ ਦੇ ਵਿੱਚ, ਇਹਨਾਂ ਨੂੰ ਮੰਨਿਆ ਜਾਂਦਾ ਸੀ, ਕੰਸੀਡਰ ਕੀਤਾ ਜਾਂਦਾ ਸੀ। ਦੇ ਲਿਵਡ ਇਨ ਸੈਪਰੇਟਲੀ ਮਾਰਕਡ ਏਰੀਆਜ਼, ਤਾਂ ਉਹਨਾਂ ਨੂੰ ਨਾ ਇੱਕ ਸੈਪਰੇਟ ਏਰੀਆ ਦਿੱਤਾ ਗਿਆ ਸੀ ਕਿ ਉੱਥੇ ਹੀ ਰਹਿਣਾ ਹੈ, ਇੱਧਰਲੇ ਸਾਈਡ ਨਹੀਂ ਆਉਣਾ, ਹੈ ਨਾ, ਅਲੱਗ ਤੋਂ ਰੱਖਿਆ ਗਿਆ ਸੀ, ਤਾਂ ਉਸ ਏਰੀਏ ਨੂੰ ਹੀ ਅਸੀਂ ਗਿਟੋਸ ਕਹਿੰਦੇ ਹਾਂ। ਠੀਕ ਹੈ, ਉਹਨਾਂ ਨੂੰ ਹੀ ਗਿਟੋਸ ਕਿਹਾ ਜਾਂਦਾ ਸੀਗਾ। ਨੈਕਸਟ ਕੁਐਸਚਨ ਨੰਬਰ 22, ਡਿਫਾਈਨ ਹੋਲੋਕੌਸਟ। ਐਂਡ ਹੋਲੋਕੌਸਟ ਕੀ ਹੈ? These were the Nazis killing operations which were carried out to kill the Jews. ਦੇਖੋ ਆਪਰੇਸ਼ਨ ਸੀ ਇਹ, ਹੋਲੋਕੌਸਟ ਜਿਹੜਾ ਸੀ ਆਪਰੇਸ਼ਨ ਸੀ। ਸੋ ਟਾਈਪ, ਇਟ ਵਾਜ਼ ਅ ਟਾਈਪ ਆਫ ਆਪਰੇਸ਼ਨ। ਕਾਹਦੇ ਲਈ ਸੀਗਾ? ਨਾਜ਼ੀ ਕਿਲਿੰਗ ਆਪਰੇਸ਼ਨ, ਯਾਨੀ ਕਿ ਨਾਜ਼ੀਜ਼ ਨੇ ਮਾਰਨਾ ਹੈ, ਮਰਡਰ ਕਰਨੇ ਸੀ, ਖਤਮ ਕਰਨਾ ਸੀ ਕਿਹਨਾਂ ਨੂੰ? ਜਿਓਜ਼ ਨੂੰ। ਟੂ ਕੈਰੀਡ ਆਊਟ ਟੂ ਕਿਲ ਦ ਜਿਓਜ਼। ਠੀਕ ਹੈ, ਇਹ ਆਪਰੇਸ਼ਨ ਕੀਤਾ ਗਿਆ ਜਿਓਜ਼ ਨੂੰ ਕਿਲ ਕਰਨ ਲਈ, ਮਾਰਨ ਲਈ। ਠੀਕ ਹੈ ਜੀ। ਸੋ ਇਹ ਆਪਣੇ ਹੋ ਗਏ ਵੈਰੀ ਸ਼ੋਰਟ ਕੁਐਸਚਨ ਆਨਸਰਸ। ਠੀਕ ਹੈ, ਟਾਈਪ 1 1 ਮਾਰਕਸ ਦੇ ਕੁਐਸਚਨ ਆਨਸਰ ਸੀਗੇ। ਓਕੇ, ਠੀਕ ਹੈ।